रितेश लखी अनपलग्ड इस YouTube चैनल ਤੇ ਇੱਕ ਵਾਰ ਫੇਰ ਤੋਂ ਸਵਾਗਤ ਹੈ। ਮੈਂ ਹਾਂ ਰਿਤੇਸ਼ ਲੱਖੀ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਅਰਥਚਾਰੇ ਨਾਲ ਜੁੜੇ ਹੋਏ ਇੱਕ ਬਹੁਤ ਹੀ ਸੰਜੀਦਾ ਲੇਕਿਨ ਬਹੁਤ ਹੀ ਦਿਲਚਸਪ ਮੁੱਦੇ ਉੱਤੇ। ਸੰਜੀਦਾ ਇਸ ਵਾਸਤੇ ਕਿਉਂਕਿ ਪੰਜਾਬ ਦਾ ਅਰਥਚਾਰਾ ਉਸ ਦੀ ਆਰਥਿਕਤਾ ਇੱਕ ਬਹੁਤ ਹੀ ਗਹਿਰੇ ਸੰਕਟ ਦੇ ਵਿੱਚ ਹੈ ਤੇ ਇਹ ਗਹਿਰਾ ਸੰਕਟ ਪਿਛਲੇ ਘੱਟੋ ਘੱਟ 20-25 ਸਾਲਾਂ ਦਾ ਸੰਕਟ ਹੈ। ਇਹ ਕੋਈ ਅੱਜ ਇੱਕ ਦਿਨ 2 ਦਿਨ 4 ਸਾਲ ਜਾਂ 5 ਸਾਲ 10 ਸਾਲ ਦੇ ਵਿੱਚ ਪੈਦਾ ਹੋਇਆ ਸੰਕਟ ਨਹੀਂ ਹੈ, बल्कि ये वो संकट है जो कि सूबे के उत्ते लगातार साल दर साल चढ़ते जा रहे करजे तो उभरिया है। किस तरीके नाल असी करजा लै लैके अपने मुलाजमां नूं तनख्वाहां दे रहे हैं, वो बिल्स अदा कर रहे हैं जो कि तनख्वाहां दी पेंशनां दी या फिर साडी जिहड़ी समाजिक भलाई दीयां स्कीमां दे विच बजुर्गां नूं या होर रसद लोकां नूं पहुंचाउण दी कोशिशां या उन्हां स्कीमां दा हिस्सा ने। लेकिन सब तो जिहड़ी वड्डी ते समझण वाली गल ये है कि ये सारिया सरकारां चाहे वो साबका अकालियां दी सरकारां रहीआं होण या फिर मौजूदा या साबका कांग्रेस दियां कैप्टन अमरिंदर सिंह दियां सरकारां रहीआं होण बहुत वड्डियां वड्डियां गल्लां करदियां ने। जदों सत्ता विच आउंदियां ने तां पुरानी सरकारां वल्लों कीते गए गलत खर्चिਆਂ या जिहड़ी खजाने की लुटाई की गई है उस उत्ते बहुत वड्डे वड्डे भाषण भी हुंदे ने। बजट स्पीचां दे विच पंजाब दा एक ही खजाना मंत्री पिछले लगभग 10 सालां तो एक ही रोना रो रहा है ਤੇ ਉਸ ਦੀ ਤਰਾਸਦੀ ਇਹ ਹੈ ਕਿ ਨਾ ਤਾਂ ਉਹ ਖਜ਼ਾਨੇ ਨੂੰ ਭਰ ਪਾ ਰਿਹਾ ਹੈ ਤੇ ਨਾ ਹੀ ਉਸ ਖਜ਼ਾਨੇ ਦੇ ਉੱਤੇ ਜਿਹੜਾ ਵਿਆਜ ਦਾ ਭਾਰ ਹੈ ਉਸ ਨੂੰ ਘਟਾ ਪਾ ਰਿਹਾ ਹੈ। ਲੇਕਿਨ ਅੱਜ ਜਿਹੜੀ ਮੁੱਦੇ ਉੱਤੇ ਅਸੀਂ ਗੱਲ ਕਰਨੀ ਹੈ ਉਹ ਥੋੜਾ ਜਿਹਾ ਵੱਖਰਾ ਹੈ। ਅਸੀਂ ਵੇਖਿਆ ਵੀ ਸਾਡੇ ਖਜ਼ਾਨਾ ਮੰਤਰੀ ਸਾਹਿਬ ਨੇ ਇੱਕ ਵਾਰ ਆਪਣੇ ਦਫ਼ਤਰ ਦੇ ਬਾਹਰ ਵੀ ਲਗਾਤਾ ਸੀ ਵੀ ਮੈਂ ਜ਼ਿਆਦਾ ਖਾਤਰਦਾਰੀ ਨਹੀਂ ਕਰ ਸਕਾਂਗਾ, ਚਾਹੇ ਉਹ ਵਿਧਾਇਕ ਹੋਣ ਜਾਂ ਜਿਹੜੇ ਲੋਕ ਉਹਨਾਂ ਨੂੰ ਮਿਲਣ ਆਉਂਦੇ ਨੇ। ਇੱਕ ਬਹੁਤ ਹੀ ਵੱਡਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ, ਪੱਤਰਕਾਰਾਂ ਨੂੰ ਦਿਖਾ ਕੇ ਇੰਟਰਵਿਊਜ਼ ਦਿੱਤੇ ਗਏ ਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਸੂਬਾ ਸਰਕਾਰ ਆਪਣੇ ਖਰਚੇ ਨੂੰ ਲੈ ਕੇ ਬਹੁਤ ਜ਼ਿਆਦਾ ਸੁਹਿਰਦ ਹੈ, ਸੰਜੀਦਾ ਹੈ ਤੇ ਜ਼ਿਆਦਾ ਖਰਚੇ ਫालतू ਖਰਚਿਆਂ ਨੂੰ ਉਹ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਕਰਨ ਦੇ ਮੂਡ ਵਿੱਚ ਨਹੀਂ ਹੈ। ਲੇਕਿਨ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਉਹ ਕਾਫੀ ਅਹਿਮ ਹੈ, ਸੰਜੀਦਾ ਹੈ। ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਉਹਨਾਂ ਕਮਿਸ਼ਨਾਂ ਦੀ, ਉਹਨਾਂ ਬੋਰਡਸ ਦੀ, ਉਹਨਾਂ ਕਾਰਪੋਰੇਸ਼ਨਾਂ ਦੀ ਜੋ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਸਮੇਂ ਦੇ ਪਿਛਲੇ ਲਗਭਗ 20-25 ਸਾਲਾਂ ਦੇ ਵਿੱਚ ਇੰਨੇ ਜ਼ਿਆਦਾ ਕਮਿਸ਼ਨ, ਇੰਨੀ ਜ਼ਿਆਦਾ ਬੋਰਡ ਕਾਰਪੋਰੇਸ਼ਨ ਪੰਜਾਬ ਦੇ ਵਿੱਚ ਬਣ ਚੁੱਕੇ ਨੇ, ਕ੍ਰੀਏਟ ਕੀਤੇ ਜਾ ਚੁੱਕੇ ਨੇ, ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਦਰਸ਼ਕਾਂ ਨੂੰ ਦੱਸ ਦਈਏ ਵੀ ਸਾਡੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਐਸੇ ਬਹੁਤ ਸੇ ਕਮਿਸ਼ਨ, ਇਹੋ ਜਿਹੀ ਬਹੁਤ ਸੀ ਟ੍ਰਿਬਿਊਨਲਸ ਬਣੇ ਹੋਏ ਨੇ, ਕਮਿਸ਼ਨਸ ਬਣੇ ਹੋਏ ਨੇ, ਐਸੇ ਬਹੁਤ ਸੇ ਬੋਰਡ ਕਾਰਪੋਰੇਸ਼ਨ ਬਣੇ ਹੋਏ ਨੇ ਜੋ ਕਿ ਲੱਗਦਾ ਵੀ ਇਹਨਾਂ ਦੇ ਬਹੁਤ ਸੰਜੀਦਾ ਕੰਮ ਕਰ ਰਹੇ ਨੇ। ਲੇਕਿਨ ਵਾਸਤਵਿਕਤਾ ਦੇ ਵਿੱਚ ਉਹ ਜਿਹੜੇ चिट्टे हाथी मैं उसनों कहना है जो कि ज़्यादा काम नहीं कर रहे बल्कि कुछ ना कुछ स्टैचूटरी प्रोविजनस करके उन्होंने स्थापित करना सरकारां दी मजबूरी हो जाता है, सरकारां नूं करना भी पैंदा है। लेकिन बहुत ऐसे कमिशन बोर्ड कॉरपोरेशन काम कर रहे हैं जिन्होंने ना तो स्टैचूटरी ओबलीगेशन ना संवैधानिक ओबलीगेशन के तहत बनाना पैंदा है बल्कि वो सरकारां वालों खुद ही बनाते जाते हैं या फिर सरकारां कह लीए अपने चहेते लोगों ਨੂੰ, अपने चहेते ਅਫਸਰਾਂ ਨੂੰ ਐਡਜਸਟ ਕਰਨ ਲਈ ਪੋਸਟ ਰਿਟਾਇਰਮੈਂਟ ਜਿਹੜੀ ਸੈਟਲਮੈਂਟ ਸਕੀਮ ਹੈ ਉਸ ਨੂੰ ਲਾਗੂ ਕਰਨ ਲਈ ਅਕਸਰ ਬਹੁਤ ਸੌਖੇ ਤਰੀਕੇ ਨਾਲ ਕੇਂਦਰ ਵੱਲੋਂ ਜਾਂ ਫਿਰ ਆਪਣੀ ਸਰਕਾਰ ਦੇ ਕਿਸੇ ਕਮਿਸ਼ਨ ਵੱਲੋਂ, ਕਿਸੇ ਬਣੀ ਹੋਈ ਕਮੇਟੀ ਵੱਲੋਂ ਦਿੱਤੇ ਗਏ ਸੁਝਾਅ ਦੇ ਅਨੁਰੂਪ ਫਟਾਫਟ ਇਸ ਕਿਸਮ ਦੇ ਕਮਿਸ਼ਨ ਸਥਾਪਿਤ ਕਰ ਲੈਂਦੇ ਨੇ ਤੇ ਫਿਰ ਉਸ ਦੇ ਚੇਅਰਮੈਨ ਲਾਏ ਜਾਂਦੇ ਨੇ, ਉਸ ਦੇ ਮੈਂਬਰ ਲਾਏ ਜਾਂਦੇ ਨੇ, ਉਸ ਦਾ ਇੱਕ ਸਕੱਤਰ ਰੱਖਿਆ ਜਾਂਦਾ ਹੈ, ਇੱਕ ਸੈਕਟਰੀਅਲ ਸਟਾਫ ਉਸ ਨੂੰ ਅਲਾਟ ਕੀਤਾ ਜਾਂਦਾ ਹੈ, ਦਫ਼ਤਰ ਦਿੱਤਾ ਜਾਂਦਾ ਹੈ, ਗੱਡੀ ਘੋੜੇ ਪਾਇਲਟ ਸਭ ਕੁਝ ਦਿੱਤਾ ਜਾਂਦਾ ਹੈ। ਗੱਡੀ ਘੋੜੇ ਪਾਇਲਟਾਂ ਉੱਤੇ ਬਹੁਤ ਜ਼ਿਆਦਾ ਚਰਚਾਵਾਂ ਹੋ ਚੁੱਕੀਆਂ ਨੇ, ਲਾਲ ਬੱਤੀਆਂ ਲਾਣੀਆਂ ਨਹੀਂ ਲਾਣੀਆਂ, VIP ਟ੍ਰੀਟਮੈਂਟ ਨੂੰ ਖਤਮ ਕਰਨਾ ਨਹੀਂ ਖਤਮ ਕਰਨਾ। ਅਦਾਲਤਾਂ ਤੋਂ ਲੈ ਕੇ ਸਾਡੇ ਬਿਆਨ ਬਹਾਦਰ ਮੰਤਰੀਆਂ ਤੱਕ ਨੇ ਇਸ ਚੀਜ਼ ਨੂੰ ਲੈ ਕੇ ਆਪਣੀ ਬੜੀ ਵਾਹਵਾਹੀ ਖੱਟੀ ਹੈ कि उन्होंने लाल बत्तियां नहीं लानियां या उन्होंने ज़्यादा गड्डियां एस्कॉर्ट्स नहीं रखनियां। लेकिन समझण की कोशिश करिए भी ये जिहड़े चिट्टे हाथी रूपी कमिशनस हैगे ने या वो बोर्ड ते कारपोरेशन हैगे ने वो किड्डा क वड्डा बोझ ने साडे सिस्टम उत्ते, साडी आर्थिकता उत्ते, साडे खजाने उत्ते। ये समझना पैना है भी एक कमीशन, चाहे वो इन्फॉर्मेशन कमीशन है, चाहे वो राइट टू सर्विस कमीशन है, चाहे वो मनुष्य अधिकार कमीशन है, चाहे वो महिला आयोग है, चाहे वो चाइल्ड राइट्स प्रोटेक्शन कमीशन है, चाहे वो SC/ST कमीशन है, चाहे वो बैकवर्ड क्लासिस कमीशन है, चाहे वो एक नवा हुण तैयार होया पंजाब विजिलेंस कमीशन है। इस किस्म के जिहड़े कमीशनस ने उन्हां दे चेयरमैन, उन्हां दे मैंबर
ਹਰ ਮਹੀਨੇ ਲਗਭਗ 2-2.5 ਲੱਖ ਰੁਪਇਆ ਤਨਖਾਹ ਲੈਂਦਾ ਹੈ। ਯਾਨੀ ਕਿ ਇੱਕ ਮੈਂਬਰ ਤੇ ਚੇਅਰਮੈਨ, ਜਿਨ੍ਹਾਂ ਦੀ ਤਨਖਾਹ 'ਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ, ਲੇਕਿਨ ਇੱਕ ਮੈਂਬਰ ਤੇ ਇੱਕ ਚੇਅਰਮੈਨ ਲਗਭਗ ਸਰਕਾਰ ਦੇ ਖਜ਼ਾਨੇ ਤੇ ਓਡਾ ਵੱਡਾ ਬਰਾਬਰ ਦਾ ਭਾਰ ਹੈ, ਜਿੰਨਾ ਉਹ ਇੱਕ ਦੂਸਰੇ ਨੂੰ ਸਮਝ ਸਕਦੇ ਨੇ। ਤਾਂ ਅਹੁਦਿਆਂ ਦਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਗੱਡੀ ਘੋੜਾ, ਅਫਸਰ, ਸੈਕਟਰੀਅਲ ਸਟਾਫ, ਇਹ ਸਾਰੀ ਚੀਜ਼ਾਂ ਵੱਖਰੀਆਂ ਨੇ। ਸੋ 2 ਤੋਂ 2.5 ਲੱਖ ਰੁਪਇਆ ਇੱਕ ਐਸਾ ਬਿਊਰੋਕਰੈਟ ਲੈਂਦਾ ਇੱਥੇ ਪੰਜਾਬ ਦੇ ਵਿੱਚ ਤਨਖਾਹ, ਉਸ ਖਜ਼ਾਨੇ ਤੋਂ ਜੋ ਕਿ ਖਾਲੀ ਹੈ, ਉਸ ਖਜ਼ਾਨੇ ਤੋਂ ਜੋ ਕਿ ਕਰਜ਼ੇ ਦੇ ਬੋਝ ਦੇ ਹੇਠ ਦਬਿਆ ਹੋਇਆ ਹੈ, ਉਸ ਖਜ਼ਾਨਾ ਮੰਤਰੀ ਦੇ ਬਟੂਏ 'ਚੋਂ ਜੋ ਕਿ ਹਰ ਸਾਲ ਜ਼ਿਆਦਾ ਕਿਫਾਇਤ ਦੀ ਦੁਹਾਈ ਭਰਦਾ ਹੈ। ਉਹ ਲੋਕ ਆਪਣੇ ਚਹੇਤੇ ਅਫਸਰਾਂ ਨੂੰ ਕਹਿ ਲਈਏ, ਜਾਂ ਉਹ ਅਫਸਰ ਜਿਨ੍ਹਾਂ ਨੇ ਕਿ ਆਪਣੇ ਕਾਰਜਕਾਲ ਦੌਰਾਨ ਇਹਨਾਂ ਸਰਕਾਰਾਂ ਲਈ, ਮੰਤਰੀਆਂ ਲਈ, ਮੁੱਖ ਮੰਤਰੀਆਂ ਲਈ ਚੰਗੇ ਕੰਮ ਕੀਤੇ ਹੋ ਸਕਦੇ ਨੇ, ਫਾਇਦੇ ਦੇ ਕੰਮ ਕੀਤੇ ਹੋ ਸਕਦੇ ਨੇ, ਪੱਖਪਾਤ ਨਾਲ ਕੰਮ ਕੀਤਾ ਹੋ ਸਕਦਾ ਹੈ, ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਦੀ ਸੈਟਲਮੈਂਟ ਦੀ ਪੂਰੀ ਯੋਜਨਾਬੰਦੀ ਦੀ ਜਿਹੜੀ ਸਕੀਮ ਹੈ, ਉਸ ਨੂੰ ਅਸੀਂ ਚਿੱਠੇ ਹਾਥੀ ਕਹਿੰਦੇ ਹਾਂ। ਤੇ ਇਹੀ ਵਾਈਟ ਐਲੀਫੈਂਟਸ ਨੇ ਜੋ ਕਿ ਪੰਜਾਬ ਦੇ ਅਰਥਚਾਰੇ ਦੇ ਉੱਤੇ ਹਰ ਸਾਲ ਤਕਰੀਬਨ 100 ਕਰੋੜ ਤੋਂ ਵੱਧ ਦਾ ਬੋਝ ਪਾ ਕੇ ਬੈਠੇ ਨੇ। ਹੁਣ ਜੇ ਸਰਕਾਰਾਂ ਦੇ ਅਰਥਚਾਰੇ ਜਾਂ ਆਰਥਿਕਤਾ ਦੀ ਜਾਂ ਖਜ਼ਾਨਿਆਂ ਦੀ ਗੱਲ ਕਰੀਏ ਜਾਂ ਬਜਟਾਂ ਦੀ ਗੱਲ ਕਰੀਏ ਤਾਂ ਗੱਲਾਂ ਤਾਂ ਹਜ਼ਾਰਾਂ ਲੱਖਾਂ ਕਰੋੜ 'ਚ ਹੁੰਦੀ ਹੈ, ਲੇਕਿਨ ਤੁਸੀਂ ਕਹੋਗੇ ਵੀ ਤੁਹਾਨੂੰ 100-125 ਕਰੋੜ ਕਿਉਂ ਚੁੱਭਦਾ ਪਿਆ? ਤੇ ਆਫਟਰ ਆਲ ਇਹ ਜਿਹੜੇ ਕਮਿਸ਼ਨ ਨੇ, ਇਹ ਵੀ ਸਟੈਚੂਟਰੀ ਪ੍ਰੋਵੀਜ਼ਨਸ ਦੇ ਤਹਿਤ ਹੈ। ਹੁਣ ਜੇ ਇੱਕ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਕੇਂਦਰ 'ਚ ਬਣ ਗਿਆ ਤਾਂ ਉਹੀ ਇਲੈਕਟ੍ਰਿਸਿਟੀ ਰੈਗੂਲੇਟਰ ਕਮਿਸ਼ਨ ਪੰਜਾਬ ਨੂੰ ਬਣਾਉਣਾ ਪੈਣਾ ਸੀਗਾ। ਪੰਜਾਬ ਦਾ ਜੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਇੱਕ ਸ਼ਰਾਬ ਦੇ ਰੌਲੇ ਦੇ ਚੱਲਦਿਆਂ ਹੋਇਆ ਉਸ ਨੂੰ ਪ੍ਰੀਮੈਚੁਰ ਰਿਟਾਇਰਮੈਂਟ ਦਿੱਤੀ ਜਾਂਦੀ ਹੈ, ਉਹ ਪ੍ਰੀਮੈਚੁਰ ਰਿਟਾਇਰਮੈਂਟ ਲੈ ਲੈਂਦੇ ਨੇ, ਤਾਂ ਉਸ ਨੂੰ ਇੱਕ ਸੂਬੇ ਦੇ ਇੱਕ ਵਾਟਰ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਜਾਂ ਮੈਂਬਰ ਲਾਤਾ ਜਾਂਦਾ ਹੈ। ਹੁਣ ਸਵਾਲ ਇਹੀ ਖੜੇ ਹੋ ਰਹੇ ਨੇ ਕਿ ਚੀਫ ਸੈਕਟਰੀ, ਪੰਜਾਬ ਦੇ ਸਾਬਕਾ ਡੀਜੀਪੀ, ਇਹ ਜਿੰਨੇ ਵੀ ਲੋਕ ਨੇ, ਬਹੁਤ ਸੇ ਬਿਊਰੋਕਰੈਟਸ ਹੈਗੇ ਨੇ, ਇਹ ਸਾਰੇ ਲੋਕ, ਕੁਝ ਪੱਤਰਕਾਰ ਵੀ ਇਨਕਲੂਡਡ ਨੇ। ਪੱਤਰਕਾਰ ਵੀ ਇੱਕ ਐਸੀ ਬਿਰਾਦਰੀ ਹੈ ਜਿਨ੍ਹਾਂ ਨੂੰ ਕਿ ਬਹੁਤ ਪਲਮ ਪੋਸਟਿੰਗਸ ਦਿੱਤੀਆਂ ਜਾਂਦੀਆਂ ਨੇ, ਕਦੇ ਇਨਫੋਰਮੇਸ਼ਨ ਕਮਿਸ਼ਨ ਦਾ ਹਿੱਸਾ, ਕਦੇ ਰਾਈਟ ਟੂ ਸਰਵਿਸ ਕਮਿਸ਼ਨ ਦਾ ਹਿੱਸਾ। ਸੋ ਇਹ ਸਾਰੇ ਲੋਕਾਂ ਨੂੰ ਜਾਂ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਇਕੱਠੇ ਕੀਤੇ ਹੋਏ ਲੋਕਾਂ ਨੂੰ ਇਹਨਾਂ ਕਮਿਸ਼ਨਾਂ ਤੇ ਇਹਨਾਂ ਟ੍ਰਿਬਿਊਨਲਸ ਦੇ ਵਿੱਚ ਥਾਂ ਦਿੱਤੀ ਜਾਂਦੀ ਹੈ। ਕੁਝ ਹੱਦ ਤੱਕ ਸਰਕਾਰਾਂ ਨੂੰ ਇਸ ਲਈ ਦੋਸ਼ ਨਹੀਂ ਦੇ ਸਕਦੇ ਕਿਉਂਕਿ ਸਰਕਾਰਾਂ ਦੀਆਂ ਕੁਝ ਐਸੀ ਓਬਲੀਗੇਸ਼ਨਸ, ਸਟੈਚੂਟਰੀ ਮਜਬੂਰੀਆਂ ਹੁੰਦੀਆਂ ਨੇ, ਜਿਵੇਂ ਕਿ ਕੇਂਦਰ ਦੇ ਵਿੱਚ ਕੋਈ ਸਟੈਚੂਟ ਪਾਸ ਹੋਇਆ, ਉਸ ਦੇ ਤਹਿਤ ਤੁਸੀਂ ਕੋਈ ਰੈਗੂਲੇਟਰੀ ਕਮਿਸ਼ਨ ਬਣਾਉਣਾ ਹੈ ਜਿਸ ਨੇ ਕਿ ਬਿਜਲੀ ਦੀਆਂ ਦਰਾਂ ਤੈਅ ਕਰਨੀਆਂ ਨੇ, ਤੇ ਉਹ ਜੇ ਕੇਂਦਰ 'ਚ ਬਣਿਆ ਹੈ ਤਾਂ ਉਸ ਮਾਡਲ ਇਲੈਕਟ੍ਰਿਸਿਟੀ ਐਕਟ ਦੇ ਤਹਿਤ ਸੂਬਿਆਂ ਨੂੰ ਵੀ ਉਹ ਕੰਡੀਸ਼ਨ ਦਿੱਤੀ ਜਾਂਦੀ ਹੈ ਵੀ ਤੁਸੀਂ ਵੀ ਆਪਣੇ ਸੂਬੇ ਵਿੱਚ ਇੱਕ ਰੈਗੂਲੇਟਰੀ ਕਮਿਸ਼ਨ ਬਣਾਓ ਜੋ ਕਿ ਤੁਹਾਡੇ ਸੂਬਿਆਂ ਦੇ ਵਿੱਚ ਇਹਨਾਂ ਬਿਜਲੀ ਦੀ ਦਰਾਂ ਨੂੰ ਤੈਅ ਕਰੇ। ਸੋ ਦਿਸ ਇਜ਼ ਲੌਜੀਕਲ, ਐਬਸੋਲੂਟਲੀ ਲੌਜੀਕਲ। ਲੇਕਿਨ ਸਵਾਲ ਇਹ ਖੜਾ ਹੁੰਦਾ ਹੈ ਵੀ ਜਿਹੜੇ ਲੋਕਾਂ ਨੂੰ ਉੱਥੇ ਥਾਪਿਆ ਜਾਂਦਾ ਉਹ ਰਿਟਾਇਰਡ ਬਿਊਰੋਕਰੈਟਸ ਹੀ ਕਿਉਂ ਹੁੰਦੇ ਨੇ? ਅਫਸਰ ਸ਼ਾਹਾਂ ਜਿਨ੍ਹਾਂ ਦੀ ਕਿ ਪੈਨਸ਼ਨਾਂ ਵੀ ਲੱਖਾਂ ਰੁਪਏ 'ਚ ਹੁੰਦੀ ਹੈ, ਉਹ ਅਫਸਰ ਜਿਹੜਾ ਕਿ ਪ੍ਰਿੰਸੀਪਲ ਸੈਕਟਰੀ ਦੇ ਰੈਂਕ ਤੋਂ ਰਿਟਾਇਰ ਹੋਇਆ ਜਾਂ ਡੀਜੀਪੀ ਦੇ ਅਹੁਦੇ ਤੋਂ ਰਿਟਾਇਰ ਹੋਇਆ ਜਾਂ ਇੱਕ ਰਿਟਾਇਰਡ ਜੱਜ ਹੈ, ਉਹਦੀ ਪੈਨਸ਼ਨ ਦਾ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ, ਉਹ ਲੋਕਾਂ ਨੂੰ ਫਿਰ ਦੁਬਾਰਾ ਅਸੀਂ ਐਡੀ ਪਲਮ ਅਹੁਦਿਆਂ ਦੇ ਦਿੰਦੇ ਹਾਂ, ਉੱਥੇ ਬਿਠਾ ਦਿੰਦੇ ਹਾਂ, ਉਹਨਾਂ ਸੀਟਾਂ 'ਤੇ ਕਾਬਜ਼ ਕਰ ਦਿੰਦੇ ਹਾਂ। ਤੇ ਦੂਜਾ ਸਵਾਲ ਸਾਡੇ ਤੋਂ ਇਹ ਵੀ ਪੁੱਛਿਆ ਜਾ ਸਕਦਾ ਹੈ ਵੀ ਜੇ ਫਿਰ ਇਹਨਾਂ ਨੂੰ ਨਾ ਬਿਠਾਈਏ ਤਾਂ ਫਿਰ ਹੋਰ ਕਿਸ ਨੂੰ ਬਿਠਾਈਏ? ਉਹਦਾ ਵੀ ਇੱਕ ਜਵਾਬ ਹੋ ਸਕਦਾ ਹੈ, ਲੇਕਿਨ ਉਹ ਸਮਝਣ ਤੋਂ ਪਹਿਲਾਂ ਆਪਾਂ ਇਹ ਜ਼ਰੂਰ ਸਮਝ ਲੈਂਦੇ ਹਾਂ ਵੀ ਇਹ ਭਾਰ ਕਿੱਡਾ ਜ਼ਿਆਦਾ ਹੈ। ਮੈਂ ਤਕਰੀਬਨ 100-125 ਕਰੋੜ ਦਾ ਇਸ ਨੂੰ ਭਾਰ ਮੰਨਦਾ ਹਰ ਸਾਲ, ਕਿਉਂਕਿ ਪੰਜਾਬ ਦੇ ਵਿੱਚ ਨਾ ਕਰਦੇ ਕਈ ਸੈਂਕੜੇ ਜਿਹੜੇ ਕਮਿਸ਼ਨ ਹੈਗੇ ਨੇ ਉਹ ਮੌਜੂਦ ਹੈਗੇ ਨੇ। ਲਗਭਗ 100 ਦੇ ਆਸ-ਪਾਸ ਬੋਰਡ, ਕਾਰਪੋਰੇਸ਼ਨ, ਕਮਿਸ਼ਨ ਐਸੇ ਮੌਜੂਦ ਹੈਗੇ ਨੇ, ਜਿਨ੍ਹਾਂ 'ਚੋਂ ਲਗਭਗ 20-22 2 ਦਰਜਨ ਐਸੇ ਕਮਿਸ਼ਨ ਨੇ ਜੋ ਕਿ ਉਹੀ ਕੰਮ ਕਰ ਰਹੇ ਨੇ ਜੋ ਕਿ ਕੁਝ ਹੋਰ ਮਹਿਕਮੇ ਵੀ ਕਰ ਰਹੇ ਨੇ। ਇੱਕ ਸੂਚੀ ਹੈ, ਉਸ 'ਚੋਂ ਕੁਝ ਕਮਿਸ਼ਨਾਂ ਦੇ ਨਾਮ, ਕਿਉਂਕਿ ਇੱਕ ਬਹੁਤ ਲੰਬੀ ਸੂਚੀ ਹੈ ਇਹਨਾਂ ਕਮਿਸ਼ਨਸ ਦੀ, ਤੇ ਉਹਨਾਂ 'ਚੋਂ ਕੁਝ ਕਮਿਸ਼ਨਾਂ ਦੇ ਨਾਮ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ। ਕੋਈ ਸਮਾਂ ਹੁੰਦਾ ਸੀਗਾ ਜਦੋਂ ਕਿ ਕਮਿਸ਼ਨਸ ਜਿਹੜੇ ਸਨ ਗਿਣਤੀ ਦੇ ਹੋਇਆ ਕਰਦੇ ਸਨ, ਯਾਨੀ ਕਿ ਆਪਾਂ ਜੇ ਸਾਲ 2000 ਦੇ ਆਸ-ਪਾਸ ਦੀ ਗੱਲ ਕਰੀਏ ਤਾਂ ਉਸ ਵਕਤ ਮਹਿਜ਼ 8 ਜਾਂ 9 ਕਮਿਸ਼ਨ ਪੰਜਾਬ ਦੇ ਵਿੱਚ ਹੋਇਆ ਕਰਦੇ ਸਨ, ਜਿਨ੍ਹਾਂ 'ਚੋਂ ਇਲੈਕਸ਼ਨ ਕਮਿਸ਼ਨ, ਜਿਸ ਨੂੰ ਕਿ ਬਿਲਕੁਲ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ, ਇਲੈਕਸ਼ਨ ਕਮਿਸ਼ਨ ਹੈ, ਮਹਿਲਾ ਆਯੋਗ ਹੈ, ਬੈਕਵਰਡ ਕਲਾਸਿਸ ਕਮਿਸ਼ਨ ਹੈ, ਗੁਰਦੁਆਰਾ ਇਲੈਕਸ਼ਨ ਕਮਿਸ਼ਨ ਹੈ, ਹਿਊਮਨ ਰਾਈਟਸ ਕਮਿਸ਼ਨ ਹੈ, ਲਾਅ ਕਮਿਸ਼ਨ ਹੈ, ਲੈਂਗੁਏਜਸ ਕਮਿਸ਼ਨ ਹੈ, ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਉਹ ਕਰਦਾ ਹੈ। ਤੇ ਇਸ ਤੋਂ ਇਲਾਵਾ ਹੋਰ ਵੀ ਕੁਝ ਸਨ। ਲੇਕਿਨ ਇਸ ਵਕਤ ਜਿਹੜੇ ਕਮਿਸ਼ਨ ਹੈਗੇ ਨੇ, ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪੰਜਾਬ ਸਟੇਟ ਇਨਫੋਰਮੇਸ਼ਨ ਕਮਿਸ਼ਨ, ਕਿਉਂਕਿ ਇਨਫੋਰਮੇਸ਼ਨ ਇੱਕ ਐਕਟ ਆਇਆ ਰਾਈਟ ਟੂ ਇਨਫੋਰਮੇਸ਼ਨ, तो ਉਹਦੇ ਲਈ ਫਿਰ ਕਮਿਸ਼ਨ ਬਿਠਾਉਣਾ ਪਿਆ, ਫਿਰ ਉਹਦੇ ਮੈਂਬਰਸ ਨੇ, ਉਹ ਸਾਰਾ ਇੱਕ ਸਿਸਟਮ ਹੈ। ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ, ਪੰਜਾਬ ਸਟੇਟ ਕੰਜ਼ਿਊਮਰ ਰਿਡਰੈਸਲ ਕਮਿਸ਼ਨ,
ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਜਿਹਦੀਆਂ ਕਿ ਪਾਵਰ ਸਿਰਫ ਐਡਵਾਈਜ਼ਰੀ ਹੈਗੀਆਂ ਨੇ, ਪੰਜਾਬ ਸਟੇਟ ਬੈਕਵਰਡ ਕਲਾਸਿਸ ਕਮਿਸ਼ਨ, ਕਦੀ ਜ਼ਿਆਦਾ ਰੋਲ ਜਾਂ ਕਿਸੇ ਪੂਰੇ ਐਕਸ਼ਨ ਮੋਡ ਦੇ ਵਿੱਚ ਇਹ ਕਮਿਸ਼ਨ ਨਜ਼ਰ ਨਹੀਂ ਆਇਆ। ਪੰਜਾਬ ਆਫੀਸ਼ੀਅਲ ਲੈਂਗੁਏਜਸ ਕਮਿਸ਼ਨ, ਇਹਦੀ ਕਿਉਂ ਲੋੜ ਹੈ? ਜੇ ਇੱਕ ਲੈਂਗੁਏਜ ਦਾ ਇੱਕ ਡਿਪਾਰਟਮੈਂਟ ਹੈ, ਪੰਜਾਬ ਸਰਕਾਰ ਖੁਦ ਵਚਨਬੱਧ ਹੈਗੀ ਹੈ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ, ਤਾਂ ਉਹਦੇ ਲਈ ਕਮਿਸ਼ਨ ਦੀ ਕੀ ਲੋੜ ਹੈ? ਪੰਜਾਬ ਸਟੇਟ ਕਮਿਸ਼ਨ ਫॉर NRIs, ਕਿੰਨਾ ਕਿਨੇ NRIs ਦਾ ਕੰਮ ਕੀਤਾ ਹੈ? NRIs ਦੇ ਅਲੱਗ ਮਹਿਕਮੇ ਨੇ, ਅਲੱਗ ਥਾਣੇ ਨੇ, ਅਲੱਗ ਅਫਸਰਸ਼ਾਹੀ ਦਾ ਇੱਕ ਤੰਤਰ ਹੈ, ਯਾਨੀ ਕਿ ਪੁਲਿਸ ਤੰਤਰ ਹੈ, ਮਹਿਕਮਾ ਹੈ, ਇੱਕ DGP ਉਸ ਨੂੰ ਹੈਡ ਕਰਦਾ ਹੈ NRIs ਦਾ। ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਹੈ, ਜਿਸ ਦੀ ਚਰਚਾ ਤੇ ਜਿਸ ਦਾ ਰੋਲ ਤੁਸੀਂ ਹਰ ਸਾਲ ਐਨਲਾਈਜ਼ ਕਰਦੇ ਹੋ। ਹਰ 3-4 ਸਾਲ ਬਾਅਦ ਪੰਚਾਇਤਾਂ ਦੀ ਚੋਣ ਆਉਂਦੀ ਹੈ, ਮਿਊਨਿਸਪੈਲਿਟੀ ਦੀ ਚੋਣ ਆਉਂਦੀ ਹੈ, ਫਿਰ ਵਿਰੋਧੀ ਤਰ੍ਹਾਂ ਕਿਵੇਂ ਤਰਲੋ ਮੱਛੀ ਹੁੰਦੀਆਂ ਨੇ, ਮੈਮੋਰੈਂਡਮ ਦਿੰਦੀਆਂ ਨੇ, ਸ਼ਰੇਆਮ ਧੱਕੇਸ਼ਾਹੀਆਂ, ਬੂਥ ਕੈਪਚਰਿੰਗ ਹੁੰਦੀ ਹੈ, ਤੇ ਉਸ ਵਕਤ ਆ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ, ਆਈ ਡੋਂਟ ਨੋ ਵਟ ਰੋਲ ਇਟ ਅਚੀਵਸ। ਸੋ ਰੈਗੂਲੇਟਰੀ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਬਿਜਲੀ ਦੇ ਦਰਾਂ ਤੈਅ ਕਰਦਾ, ਥੋੜ੍ਹਾ ਇੰਪੋਰਟੈਂਟ ਕਮਿਸ਼ਨ ਹੈ, ਇਸ ਨੂੰ ਆਪਾਂ ਉਵੇਂ ਨਹੀਂ ਲੈ ਸਕਦੇ। ਪੰਜਾਬ ਸਟੇਟ ਫਾਰਮਰਸ ਕਮਿਸ਼ਨ, ਅੱਜ ਤੱਕ ਪੰਜਾਬ ਸਟੇਟ ਫਾਰਮਰਸ ਕਮਿਸ਼ਨ ਨੇ ਕੀ ਕਿਸਾਨਾਂ ਦਾ ਕੀਤਾ ਹੈ, ਕੀ ਉਹਨਾਂ ਦਾ ਭਲਾ ਕੀਤਾ ਹੈ, ਮੈਂ ਵੀ ਸਮਝਣਾ ਚਾਹਾਂਗਾ। ਇੱਕ ਪੰਜਾਬ ਸਟੇਟ ਫੂਡ ਕਮਿਸ਼ਨ ਦਾ ਵੀ ਜ਼ਿਕਰ ਹੈ, ਪੰਜਾਬ ਅੰਬਡਸਮੈਨ ਇਲੈਕਟ੍ਰਿਸਿਟੀ ਅਥਾਰਟੀ ਦੀ ਗੱਲ ਹੈ, ਪੰਜਾਬ ਸਟੇਟ ਮਾਈਨੋਰਿਟੀਜ਼ ਕਮਿਸ਼ਨ ਹੈ, ਮਾਈਨੋਰਿਟੀਜ਼ ਕਮਿਸ਼ਨ, ਪੰਜਾਬ ਸਟੇਟ ਗੌ ਸੇਵਾ ਕਮਿਸ਼ਨ। ਕੁਝ ਸਾਲ ਪਹਿਲਾਂ ਤੱਕ ਮੈਨੂੰ ਯਾਦ ਹੈ ਕਿ ਧਿਆਨ ਹੀ ਨਹੀਂ ਸੀ ਵੀ ਗੌ ਸੇਵਾ ਕਮਿਸ਼ਨ ਵੀ ਬਾਦਲ ਸਰਕਾਰ ਦੇ ਵਕਤ ਬਣਾਇਆ ਗਿਆ, ਤੇ ਜਦੋਂ ਧਿਆਨ ਆਇਆ, ਕੁਝ ਚਰਚਾਵਾਂ ਹੋਈਆਂ, ਸੜਕਾਂ ਤੇ ਹਾਦਸੇ ਵੱਧ ਗਏ, ਅਵਾਰਾ ਮਵੇਸ਼ੀਆਂ ਦੇ ਕਾਰਨ ਹਾਦਸੇ ਵੱਧ ਗਏ, ਤਾਂ ਫਿਰ ਗੌ ਕਮਿਸ਼ਨ ਦੀ ਵੀ ਰੈਲੇਵੈਂਸ ਮਹਿਸੂਸ ਹੋਈ, ਤੇ ਅੱਜ ਉਹ ਚਰਚਾਵਾਂ ਦੇ ਵਿੱਚ ਵੀ ਹੈਗਾ। ਉਹਨੇ ਕਿਉਂਕਿ ਟੈਕਸ ਵਸੂਲੀ ਹੈ, ਉਹ ਗੌ ਸੈਸ ਲੱਗਦਾ ਹੈ, ਕਾਊ ਸੈਸ ਜਿਸ ਨੂੰ ਕਹਿੰਦੇ ਹੈ, ਉਹ ਫਿਰ ਫੰਡ ਕਿੱਥੇ ਜਾਂਦੇ ਨੇ, ਮਹਿਕਮਿਆਂ ਤੋਂ ਵਸੂਲੀ ਵਾਪਸ ਨਹੀਂ ਹੋ ਸਕਦੀ। ਸੋ ਇੱਕ ਕਮਿਸ਼ਨ ਦਾ ਕੰਮ ਉਹ ਸੀ, ਬਾਦਲ ਸਰਕਾਰ ਨੇ ਸੈਟਲ ਕੀਤਾ ਸੀਗਾ, ਅਪੈਰੈਂਟਲੀ ਅੰਡਰ ਦਾ ਇਨਫਲੂਐਂਸ ਆਫ RSS। ਇਹ ਵੀ ਸਮਝਿਆ ਜਾਂਦਾ ਕਿਉਂਕਿ ਗਾਂ ਰੱਖਿਆ ਇੱਕ ਉਹਨਾਂ ਦਾ ਆਬਜੈਕਟਿਵ ਹੈ। ਇਸੇ ਤਰੀਕੇ ਨਾਲ ਪੰਜਾਬ ਸਟੇਟ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਹੈ, ਪੰਜਾਬ ਗਵਰਨੈਂਸ ਰਿਫਾਰਮਸ ਐਂਡ ਐਥਿਕਸ ਕਮਿਸ਼ਨ, ਪੰਜਾਬ ਸਟੇਟ ਸਵੀਪਰ ਕਮਿਸ਼ਨ ਵੀ ਹੈ। ਆਫ ਲੇਟ ਨਵਾਂ ਇੱਕ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਜਸਟਿਸ ਮਹਿਤਾਬ ਸਿੰਘ ਨੇ ਅਹੁਦਾ ਸੰਭਾਲਿਆ। ਇਸ ਤੋਂ ਇਲਾਵਾ ਇੱਕ ਹੋਰ ਬਹੁਤ ਲੰਬੀ ਚੌੜੀ ਐਗਜ਼ੌਸਟਿਵ ਲਿਸਟ ਹੈਗੀ ਬੋਰਡ ਕਾਰਪੋਰੇਸ਼ਨਾਂ ਦੀ। ਕਈ ਕੰਮ ਦੇ ਨੇ, ਕਈ ਸਮਝ ਨਹੀਂ ਆਉਂਦਾ ਕੀ ਕੰਮ ਕਰਦੇ ਨੇ। ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਐਗਰੋ ਐਂਡ ਫੂਡਸ ਗ੍ਰੇਨਸ ਕਾਰਪੋਰੇਸ਼ਨ, ਪੰਜਾਬ ਐਗਰੋ ਜੂਸਿਸ ਲਿਮਿਟਿਡ, ਸੋ ਔਨ ਐਂਡ ਸੋ ਫੋਰਥ, ਪੰਜਾਬ ਸਟੇਟ ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ, ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ, ਪੰਜਾਬ ਡੈਂਟਲ ਕਾਉਂਸਿਲ, ਪੈਡਾ, ਪੰਜਾਬ ਇੰਜੀਨੀਅਰਿੰਗ, ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ, ਪੰਜਾਬ ਸਟੇਟ ਐਕਸ ਸਰਵਿਸਮੈਨ ਕਾਰਪੋਰੇਸ਼ਨ, ਪੰਜਾਬ ਸਟੇਟ ਫੈਕਲਟੀ ਫॉर ਆਯੁਰਵੇਦੀ ਐਂਡ ਯੂਨਾਨੀ ਸਿਸਟਮਸ ਆਫ ਮੈਡੀਸਨ, पंजाब फाइनेंशियल कॉरपोरेशन, पंजाब स्टेट फॉरेस्ट डेवलपमेंट कॉरपोरेशन, पंजाब जेनको लिमिटेड, हाउसफेड, पंजाब हेल्थ सिस्टम्स कॉरपोरेशन, यानी कि हेल्थ महकमे तो पैरल तुसी जिन्ने भी ये कमीशन मैं पढ़ रहे हैं, खैर मैं बाद च गल करदा इन्हां बारे। पंजाब हैरीटेज एंड टूरिज्म प्रमोशन बोर्ड, टूरिज्म ਦਾ ਜੇ ਇੱਕ ਮਿਨਿਸਟਰੀ ਟੂਰਿਜ਼ਮ ਦੇ ਉੱਤੇ ਹੈਗੀ ਤਾਂ ਫਿਰ ਇਹਦੀ ਬੋਰਡ ਦੀ ਵੀ ਤੁਹਾਨੂੰ ਲੋੜ ਹੈਗੀ ਹੈ। पंजाब हुनर विकास स्किल डेवलपमेंट मिशन भी है, इन्फॉर्मेशन एंड कम्युनिकेशन टेक्नोलॉजी कॉरपोरेशन, PIDB, पंजाब खादी एंड विलेज इंफ्रास्ट्रक्चर, सो ऑन एंड सो फोर्थ। बहुत लंबी चौड़ी फहरिस्त है। पन सीड, पनसैप, पनकोफेड, पनग्रेन, पंजाब रूरल डेवलपमेंट बोर्ड, पंजाब स्टेट रोड सेफ्टी काउंसिल, पंजाब रिमोट सेंसिंग सेंटर, पंजाब पुलिस हाउसिंग कॉरपोरेशन, पंजाब स्टेट प्लानिंग बोर्ड, सो ऑन एंड सो फोर्थ। लाइक ये लगभग 82 ਇਹ ਤੇ लगभग 20 ਤੋਂ ਉੱਤੇ ਹੋਰ ਜਿਹੜੇ ਕਾਰਪੋਰੇਸ਼ਨ, ਕਮਿਸ਼ਨ, ਟ੍ਰਿਬਿਊਨਲਸ ਕਹਿ ਲਈਏ, ਇਹ ਸਾਰੀ ਅਦਾਰੇ ਹੈਗੇ ਨੇ। ਹੁਣ ਇਹਨਾਂ 'ਚੋਂ ਜਿੰਨੇ ਵੀ ਮੈਂ ਨਾਂ ਪੜ੍ਹੇ ਨੇ, ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਬਹੁਤ ਸੇ ਅਦਾਰੇ ਇਹ ਨਹੀਂ ਸਮਝ ਵਿੱਚ ਆਉਂਦਾ ਵੀ ਜੇ ਸੂਬੇ ਦੀ ਪੁਲਿਸ ਆਪਣਾ ਕੰਮ ਚੰਗੇ ਤਰੀਕੇ ਨਾਲ, ਸੁਚੱਜੇ ਤਰੀਕੇ ਨਾਲ ਕਰ ਲਏ ਤੇ ਪੁਲਿਸ ਦੀ ਇੱਕ ਕੰਪੀਟੈਂਟ ਗ੍ਰੀਵਾਂਸ ਰਿਡਰੈਸਲ ਅਥਾਰਟੀ ਬਣ ਜਾਏ, ਤਾਂ ਫਿਰ ਹਿਊਮਨ ਰਾਈਟਸ ਕਮਿਸ਼ਨ, ਵੂਮਨ ਕਮਿਸ਼ਨ, ਚਾਈਲਡ ਰਾਈਟ ਕਮਿਸ਼ਨ, ਇਸ ਕਿਸਮ ਦੇ ਕਮਿਸ਼ਨਸ ਦੀ ਰੈਲੇਵੈਂਸ ਕੀ ਰਹਿ ਜਾਂਦੀ ਹੈ। ਤੇ ਜੇ ਰੈਲੇਵੈਂਸ ਰਹਿੰਦੀ ਵੀ ਹੈ ਤਾਂ ਸਮਝਣ ਵਾਲੀ ਗੱਲ ਇਹ ਹੈ ਵੀ ਜਿਹੜੇ ਅੱਜ ਦੇ ਅਹੁਦੇਦਾਰ ਜਾਂ ਜਿਹੜੇ ਲੋਕ ਇਹਨਾਂ ਕਮਿਸ਼ਨਸ ਦੇ ਵਿੱਚ ਕਾਬਜ ਨੇ, ਕੀ ਉਹ ਆਪਣੇ ਕੰਮ ਨਾਲ ਜਸਟਿਸ ਕਰ ਰਹੇ ਨੇ, ਤੇ ਕੀ ਉਹਨਾਂ ਦੇ ਦਿੱਤੇ ਹੋਏ ਜਾਂ ਪਾਸ ਕੀਤੇ ਹੋਏ ਆਰਡਰਾਂ ਤੇ ਕੋਈ ਫੁੱਲ ਚੜਾਉਂਦਾ ਹੈ ਕੋਈ ਅਫਸਰ, ਕੋਈ SSP, ਕੋਈ DC, ਕੋਈ DGP, ਕੀ ਉਸ ਸੁਚੱਜੇ ਢੰਗ ਨਾਲ ਰਿਸਪੌਂਡ ਕਰਦਾ ਹੈ ਜਾਂ ਸਿਰਫ ਨੋਟਿਸ ਦੇ ਕੇ ਸੰਮਨ ਕਰ ਲੈਣ ਮਾਤਰ ਦੇ ਨਾਲ ਹੀ ਆਪਣੀ ਜ਼ਿੰਮੇਵਾਰੀ ਪੂਰੀ ਹੋ ਜਾਂਦੀ ਹੈ ਤੇ ਉਹ ਲੱਖਾਂ ਦੀ ਤਨਖਾਹਾਂ ਜਿਹੜੀਆਂ ਇਹਨਾਂ ਦੇ ਚੇਅਰਮੈਨਾਂ ਤੇ ਮੈਂਬਰਾਂ ਨੂੰ ਮਿਲ ਰਹੀਆਂ ਨੇ ਉਹ ਜਸਟੀਫਾਈ ਹੋ ਜਾਂਦੀਆਂ ਨੇ। सो ये बहुत से ऐसे कमीशन, बहुत से ऐसे बोर्ड, कॉरपोरेशन ने जो कि समझ तो बाहर है भी वो क्यों टूरिज्म के उत्ते एक बोर्ड है, क्यों भाषा के उत्ते एक कमीशन है। ये सारिया चीज़ां, कुछ चीज़ां समझ विच आउंदियां ने जिहड़ियां स्टैचूटरी प्रोविजनस ने, लेकिन स्टैचूटरी प्रोविजनस नूं भी देखना पैना है, समझना पैना है। जे ह्यूमन राइट्स कमीशन केंद्र सरकार दे एक पंजाब ह्यूमन राइट्स कमीशन बनता है अंडर दैट नैशनल एक्ट या मॉडल जिहड़े केंद्र के एक्ट ने, तो फिर उन्होंने कितना प्रभावशाली होना चाहिए है। तो दूसरा
ਸਭ ਤੋਂ ਅਹਿਮ ਗੱਲ ਹੈਗੀ ਹੈ ਵੀ ਕੀ ਇਹਨਾਂ ਬੋਰਡ ਕਾਰਪੋਰੇਸ਼ਨ ਕਮਿਸ਼ਨ ਜਿਨ੍ਹਾਂ ਦੀ ਜ਼ਰੂਰਤ ਹੈ, ਮੇਰੇ ਹਿਸਾਬ ਨਾਲ ਲਗਭਗ 40 ਤੋਂ 50% ਜਿਹੜੇ ਕਮਿਸ਼ਨ ਜਾਂ ਇਹੋ ਜਿਹੇ ਬੋਰਡ ਕਾਰਪੋਰੇਸ਼ਨ ਨੇ ਉਹਨਾਂ ਦੀ ਲੋੜ ਨਹੀਂ ਹੈ। ਉਹਨਾਂ ਦੀ ਹੋਂਦ ਆਪਣੇ ਚਹੇਤਿਆਂ ਨੂੰ, ਪੋਲੀਟੀਕਲ ਅਪਾਇੰਟੀਜ਼ ਨੂੰ ਜਾਂ ਉਹ ਅਪਾਇੰਟੀਜ਼ ਨੂੰ ਜੋ ਕਿ ਸਰਕਾਰਾਂ ਦੇ ਉਮਰ ਦੇ, ਐਜੂਕੇਸ਼ਨ, ਕੁਆਲੀਫਿਕੇਸ਼ਨ ਤੇ ਮੈਰਿਟ ਦੇ ਤਕਾਜ਼ੇ ਤੇ ਪੈਮਾਨੇ 'ਚ ਫਿੱਟ ਨਹੀਂ ਬੈਠਦੇ, ਉਹਨਾਂ ਨੂੰ ਅਕੋਮੋਡੇਟ ਕਰਨ ਲਈ ਲਗਭਗ 40 ਤੋਂ 50% ਕਮਿਸ਼ਨ ਬੋਰਡ ਕਾਰਪੋਰੇਸ਼ਨ ਉਹਨਾਂ ਚੀਜ਼ਾਂ ਲਈ ਬਣਾਏ ਗਏ ਨੇ ਤੇ ਉਹੀ ਹੁੰਦਾ ਹੈ। ਲੇਕਿਨ ਉਸ ਤੋਂ ਅਗਲਾ ਸਵਾਲ ਇਹ ਹੈ ਵੀ ਜੇ ਕੋਈ ਸਟੈਚੂਟਰੀ ਕਮਿਸ਼ਨਸ ਦੇ ਜਾਂ ਓਬਲੀਗੇਸ਼ਨਸ ਦੇ ਤਹਿਤ ਸਾਨੂੰ ਇਹਨਾਂ ਦੇ ਚੇਅਰਮੈਨ ਤੇ ਮੈਂਬਰ ਥਾਪਣੇ ਪੈਂਦੇ ਨੇ, ਉਹ ਐਗਜ਼ਿਸਟਿੰਗ ਬਿਊਰੋਕਰੈਟਸ ਜੋ ਕਿ ਸੀਨੀਅਰ ਮੋਸਟ ਬਿਊਰੋਕਰੈਟਸ ਹੋ ਸਕਦੇ ਨੇ, ਜਿਨ੍ਹਾਂ ਦੀ ਰਿਟਾਇਰਮੈਂਟਾਂ ਦੇ ਵਿੱਚ 3-3 4-4 5-5 ਸਾਲ ਜਦੋਂ ਹੁੰਦੇ ਨੇ, ਉਹਨਾਂ ਨੂੰ ਇਸ ਪੂਲ ਚੋਂ ਕੱਢ ਕੇ ਇੱਥੇ ਕਿਉਂ ਨਹੀਂ ਲਾਤਾ ਜਾਂਦਾ? ਕਿਉਂ ਐਡੀਸ਼ਨਲ ਜਿਹੜਾ ਭਾਰ ਤੇ ਬਰਡਨ ਹੈ ਪੰਜਾਬ ਦੇ ਖਜ਼ਾਨੇ ਤੇ ਪਾਇਆ ਜਾਂਦਾ ਹੈ? ਕਿਉਂ ਇੱਕ ਰਿਟਾਇਰਡ ਡੀਜੀਪੀ, ਕਿਉਂ ਇੱਕ ਰਿਟਾਇਰਡ ਚੀਫ ਸੈਕਟਰੀ, ਕਿਉਂ ਇੱਕ ਰਿਟਾਇਰਡ ਪ੍ਰਿੰਸੀਪਲ ਸੈਕਟਰੀ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਵੀ ਉਹ 58 ਤੇ 60 ਸਾਲ ਦੀ ਆਪਣੀ ਨੌਕਰੀ ਕਰਨ ਤੋਂ ਬਾਅਦ ਉਹ ਅਗਲੇ 4 ਸਾਲ ਹੋਰ 2-2 2.5 ਲੱਖ ਦੀ ਤਨਖਾਹ, ਗੱਡੀ ਘੋੜਾ ਲੈ ਕੇ ਘੁੰਮੇ? ਇੱਕ ਬਹੁਤ ਵਿਚਿੱਤਰ ਗੱਲ ਹੈਗੀ ਹੈ ਕਿ ਸਰਕਾਰ ਆਪਣੇ ਚਹੇਤੇ ਅਫਸਰਾਂ ਨੂੰ ਫੇਵਰਾਂ ਦਿੰਦੀ ਹੈ ਜਾਂ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੀ ਪੋਸਟ ਜਿਹੜੀ ਜੌਬ ਸੈਟਲਮੈਂਟ ਸਕੀਮ ਦੇ ਤਹਿਤ ਉਹਨਾਂ ਤੋਂ ਉਹਨਾਂ ਦੀ ਸਰਵਿਸ ਦੇ ਦੌਰਾਨ ਵੀ ਉਹ ਕੰਮ ਲੈ ਲੈਂਦੀ ਹੈ, ਕਿਉਂਕਿ ਉਹ ਜਿਹੜਾ ਗੁੱਛਾ ਹੁੰਦਾ ਅੰਗੂਰਾਂ ਦਾ ਉਹ ਤਾਂ ਤੁਸੀਂ ਲਟਕਾਈ ਰੱਖਿਆ ਹੁੰਦਾ ਵੀ ਤੈਨੂੰ ਫਲਾਂ ਕਮਿਸ਼ਨ ਦਾ ਮੈਂਬਰ ਬਣਾ ਦੂੰਗਾ ਤੇ ਤੇਰੇ ਅਗਲੇ 4-5 ਸਾਲ ਲੰਘ ਜਾਣਗੇ ਤੇ ਤੈਨੂੰ ਫਲਾਂ ਬੋਰਡ ਕਾਰਪੋਰੇਸ਼ਨ ਦਾ ਚੇਅਰਮੈਨ ਲਾ ਦੂੰਗਾ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ, ਇਹਨਾਂ ਦਾ ਜਿਹੜਾ ਭਾਰ ਖਜ਼ਾਨੇ ਤੇ ਪੈਂਦਾ ਹੈ ਉਹ ਇੱਕ ਵੱਖਰੀ ਡਾਇਮੈਂਸ਼ਨ ਹੈਗੀ ਹੈ। ਇਹਨਾਂ ਦੀ ਉਪਯੋਗਤਾ ਕੀ ਹੈ? ਇਹ ਕਮਿਸ਼ਨਾਂ, ਬੋਰਡ ਕਾਰਪੋਰੇਸ਼ਨਾਂ ਨੂੰ ਕਿਉਂ ਰੱਖਿਆ ਗਿਆ ਹੈ? ਕਿਹੜੇ ਲੋਕ ਤੇ ਕਿਸ ਚੋਣ ਕ੍ਰਾਈਟੇਰੀਅਨ ਦੇ ਤਹਿਤ ਇਹਨਾਂ ਨੂੰ ਚੁਣਿਆ ਜਾਂਦਾ ਹੈ? ਅਫਸਰ ਚਹੇਤਿਆਂ ਨੂੰ ਹੀ ਕਿਉਂ ਚੁਣਿਆ ਜਾਂਦਾ ਹੈ? ਵਿਵਾਦਿਤ ਅਫਸਰਾਂ ਨੂੰ ਹੀ ਕਿਉਂ ਉੱਥੇ ਲਾਤਾ ਜਾਂਦਾ ਹੈ? ਉਹ ਅਫਸਰ ਜੋ ਕਿ ਤੁਹਾਡੇ ਬਲੂ ਆਈਡ ਬॉय ਬਣ ਕੇ ਰਹਿੰਦੇ ਨੇ, ਆਪਣੇ ਮੋਰਲਸ ਦੇ ਨਾਲ ਵੀ ਕਾਫੀ ਹੱਦ ਤੱਕ ਉਹ ਕੰਪਰੋਮਾਈਜ਼ ਕਰਕੇ ਆਪਣਾ ਕੰਮ ਕਰਦੇ ਹੋਣਗੇ, ਜੇ ਉਹਨਾਂ ਨੂੰ ਪਤਾ ਹੋਏਗਾ ਵੀ ਮੈਂ ਰਿਟਾਇਰਮੈਂਟ ਤੋਂ ਬਾਅਦ ਕਿਸੇ ਬੋਰਡ ਕਾਰਪੋਰੇਸ਼ਨ ਜਾਂ ਕਮਿਸ਼ਨ ਦੇ ਮੈਂਬਰ ਦੇ ਰੂਪ ਵਿੱਚ 2-2.5 ਲੱਖ ਰੁਪਇਆ ਮਹੀਨੇ ਦੀ ਸੈਲਰੀ ਲੈ ਕੇ ਅਗਲੇ ਹੋਰ 4-5 ਸਾਲ ਬੜੇ ਸੌਖੇ ਕੱਢ ਦਾਂਗਾ। ਹੁਣ ਆ ਜੰਨੇ ਉਸ ਅਰਥਚਾਰੇ ਜਾਂ ਉਸ ਖਜ਼ਾਨੇ ਦੇ ਉੱਤੇ ਭਾਰ ਦੀ ਗੱਲ ਤੇ ਲਗਭਗ 100-125 ਕਰੋੜ ਦਾ ਮੈਂ ਇਸ ਨੂੰ ਭਾਰ ਸਾਲਾਨਾ ਮੰਨਦਾ ਹੈ। ਇਸ ਖਰਚੇ ਦੇ ਵਿੱਚ ਯਾਨੀ ਕਿ ਜੇ 2 ਤੋਂ 2.5 ਲੱਖ ਰੁਪਇਆ ਇੱਕ ਮੈਂਬਰ ਦੀ ਜਾਂ ਚੇਅਰਮੈਨ ਦੀ ਤਨਖਾਹ ਹੁੰਦੀ ਹੈ, ਉਸ ਖਰਚੇ ਦੇ ਵਿੱਚ ਅਸੀਂ ਲਗਭਗ 10 ਤੋਂ 12 ਅਧਿਆਪਕ ਬਿਲਕੁਲ ਪ੍ਰੀਲਿਮਿਨਰੀ ਲੈਵਲ ਤੇ, ਜੇਬੀਟੀ ਲੈਵਲ ਤੇ ਆ, ਜਿਹੜੇ ਸਟਾਰਟਿੰਗ ਦੇ ਵਿੱਚ ਅਸੀਂ 18,400 ਦੀ ਤਨਖਾਹ ਜਿਨ੍ਹਾਂ ਨੂੰ ਦਿੰਦੇ ਆ, ਉਹ ਲਗਭਗ 12-12 14-14 ਅਧਿਆਪਕ ਇੱਕ ਅਸਾਮੀ ਦੇ ਉੱਤੇ ਜਿੰਨਾ ਇੱਥੇ ਖਰਚਾ ਹੁੰਦਾ ਹੈ, ਉਸ ਕੋਸਟ ਦੇ ਉੱਤੇ ਉਹਨਾਂ ਨੂੰ ਹਾਇਰ ਕੀਤਾ ਜਾ ਸਕਦਾ ਹੈ। ਜੇ ਆਪਾਂ ਫੁੱਲ ਫਲੈਜ ਟੀਚਰਾਂ ਦੀ ਵੀ ਗੱਲ ਕਰ ਲਈਏ ਤਾਂ ਉਹ ਵੀ 4-4 5-5 ਟੀਚਰ ਅਸੀਂ ਹਾਇਰ ਕਰ ਸਕਦੇ ਹਾਂ। ਤਾਂ ਕੁੱਲ ਮਿਲਾ ਕੇ ਜਿਹੜਾ ਆਪਾਂ ਆંકੜਾ ਤੇ ਆਕਾਰ ਲਈਏ ਤਾਂ ਲਗਭਗ 2 ਤੋਂ ਲੈ ਕੇ 2,500 ਨੌਕਰੀ ਆਪਾਂ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ, ਜਿਨ੍ਹਾਂ 'ਚ ਕਿ ਇਨੀਸ਼ੀਅਲ ਲੈਵਲ ਦੇ ਵਰਕਰ ਸ਼ਾਮਲ ਨੇ, ਨੌਜਵਾਨਾਂ ਨੂੰ ਅਸੀਂ ਨੌਕਰੀਆਂ ਦੇ ਸਕਦੇ ਹਾਂ, ਟੀਚਰਾਂ ਨੂੰ ਨੌਕਰੀਆਂ ਦੇ ਸਕਦੇ ਨੇ, ਡਾਕਟਰਾਂ ਨੂੰ ਨੌਕਰੀਆਂ ਦੇ ਸਕਦੇ ਨੇ, ਤੇ ਵੱਖ-ਵੱਖ ਵਰਗਾਂ ਦੇ ਲੋਕ, ਸਕਿਲਡ ਲੋਕ ਜਿਹੜੇ ਕਿ ਪੰਜਾਬ ਵਿੱਚ ਬੇਰੁਜ਼ਗਾਰ ਨੇ, ਉਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਦੇ ਸਕਦੇ? ਤੇ ਇਹ ਜਿਹੜੇ ਸੋ ਕਾਲਡ ਐਕਸਪੀਰੀਅੰਸਡ ਲੋਕ ਜਿੱਥੇ ਜਿਹੜੇ ਅਹੁਦਿਆਂ ਲਈ ਚਾਹੀਦੇ ਹੁੰਦੇ ਨੇ, ਤੇ ਇਹਨਾਂ ਦੀ ਰਿਟਾਇਰਮੈਂਟ ਤੋਂ 4 ਜਾਂ 5 ਸਾਲ ਪਹਿਲਾਂ ਹੀ ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਉਸੇ ਵਕਤ ਇਹਨਾਂ ਕਮਿਸ਼ਨਾਂ ਦੇ ਉੱਤੇ ਲਾ ਦਿਓ। ਸਰਕਾਰਾਂ ਹੀ ਲਾ ਦੇਣ, ਅਸੀਂ ਤਾਂ ਇਹ ਵੀ ਨਹੀਂ ਕਹਿੰਦੇ ਵੀ ਤੁਸੀਂ ਮੈਰਿਟ ਦੇ ਹਿਸਾਬ ਨਾਲ ਲਾਓ, ਲੇਕਿਨ ਘੱਟੋ ਘੱਟ ਇਹ ਤਾਂ ਤੈਅ ਹੋਵੇ ਵੀ ਕਿ ਜੇ ਡੀਜੀਪੀ 58 ਜਾਂ 60 ਸਾਲ ਦੀ ਉਮਰ 'ਚ ਰਿਟਾਇਰ ਹੋ ਰਿਹਾ ਤੇ ਬਾਅਦ ਦੇ ਵਿੱਚ ਤੁਸੀਂ ਉਸ ਨੂੰ ਕਿਸੇ ਕਮਿਸ਼ਨ ਦਾ ਚੇਅਰਮੈਨ ਜਾਂ ਇਨਫੋਰਮੇਸ਼ਨ ਕਮਿਸ਼ਨ ਦਾ ਕੋਈ ਮੈਂਬਰ ਥਾਪਣਾ ਹੈਗਾ, ਤਾਂ ਤੁਸੀਂ ਉਹਨੂੰ 56 ਸਾਲ ਦੀ ਉਮਰ 'ਚ ਜਾਂ 54 ਸਾਲ ਦੀ ਉਮਰ 'ਚ ਕਿਉਂ ਨਹੀਂ ਲਾ ਦਿੰਦੇ, ਤਾਂ ਕਿ ਉਹ ਸੂਬੇ ਦੇ ਖਜ਼ਾਨੇ ਦੇ ਭਾਰ ਨਾ ਪਵੇ ਤੇ ਉਹਦਾ ਅਨੁਭਵ ਵੀ ਇਸਤੇਮਾਲ ਕਰ ਲਿਆ ਜਾਵੇ। ਸੋ ਇਹ ਗੱਲਾਂ ਬਾਤਾਂ ਨੇ ਜੋ ਕਿ ਸੋਚਣ ਦੀਆਂ, ਵਿਚਾਰਨ ਦੀਆਂ ਨੇ। ਆ ਚਾਹ ਦੇ ਕੱਪ ਨਾ ਪਿਲਾ ਕੇ, ਲਾਲ ਬੱਤੀ ਉੱਤੇ ਆਪਣੀ ਗੱਡੀ ਦੇ ਨਾਲ ਆ ਕੇ, ਸਿਕਿਉਰਿਟੀ 4 ਬੰਦਿਆਂ ਨੂੰ ਦੂਰ ਕਰਕੇ ਐਵੇਂ ਕਿਫਾਇਤ ਜਾਂ ਜਿਹੜਾ ਔਸਟੈਰਿਟੀ ਜਿਸ ਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ, ਉਸ ਕਿਫਾਇਤ ਨੂੰ ਅਸੀਂ ਆਪਣੇ ਸਿਸਟਮ 'ਚ ਨਹੀਂ ਲਿਆ ਸਕਦੇ। ਸਾਡਾ ਅਰਥਚਾਰਾ ਜਿਸ ਮਾੜੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ, ਉਹ ਇਸ ਕਿਸਮ ਦੀ ਬਦਨੀਤੀ ਜਾਂ ਗਲਤ ਨੀਤੀਆਂ ਦਾ ਸ਼ਿਕਾਰ ਹੈ, ਨਤੀਜਾ ਹੈ। ਕਿਸੇ ਪੋਲੀਟੀਸ਼ੀਅਨ ਦੀ ਨੂੰਹ ਨੂੰ ਕਿਸੇ ਕਮਿਸ਼ਨ ਦਾ ਮੈਂਬਰ ਲਾਣਾ, ਕਿਸੇ ਜਾਣਕਾਰ ਨੂੰ, ਕਿਸੇ ਕਿਤਾਬ ਲਿਖਣ ਵਾਲੇ ਨੂੰ, ਇਸ ਕਿਸਮ ਦੀ ਜਿਹੜੀ ਇੱਕ ਸਾਈਕੋਫੈਂਸੀ ਪੈਦਾ ਹੋ ਚੁੱਕੀ ਹੈ ਵੀ ਸਰਕਾਰਾਂ ਦੇ, ਲੀਡਰਾਂ ਦੇ, ਪੋਲੀਟੀਸ਼ੀਅਨਸ ਦੇ ਸ਼ੋਰਲੇ ਤੁਸੀਂ ਗਾਓ ਤੇ ਫਿਰ ਕਮਿਸ਼ਨਾਂ ਦੇ ਮੈਂਬਰ ਬਣ ਕੇ ਬਹਿ ਜਾਓ। ਪ੍ਰਕਾਸ਼ ਸਿੰਘ ਬਾਦਲ ਹੋਵੇ ਜਾਂ ਕੈਪਟਨ ਅਮਰਿੰਦਰ ਹੋਵੇ, ਉਸ 'ਚ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਹਰ ਸਰਕਾਰ ਨੇ ਪਿਛਲੇ 20 ਸਾਲਾਂ 'ਚ ਇਸ ਕਿਸਮ ਦੇ ਕਮਿਸ਼ਨ ਤੇ ਉਸ ਵਿੱਚ ਥਾਪੇ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਵਧਾਈ ਹੀ ਹੈ। ਤੇ ਜਦੋਂ ਵੀ ਕੋਈ ਨਵਾਂ ਕਮਿਸ਼ਨ ਬਣਦਾ ਹੈ, ਜਿਵੇਂ ਪੰਜਾਬ ਵਿਜੀਲੈਂਸ ਕਮਿਸ਼ਨ ਹੁਣ ਬਣਿਆ ਹੈ
ਜਾਂ ਹੋਰ ਵੀ ਕਮਿਸ਼ਨ ਸਮੇਂ-ਸਮੇਂ ਤੇ ਬਾਦਲ ਸਰਕਾਰ ਦੇ ਵਕਤ ਬਹੁਤ ਐਸੇ ਕਮਿਸ਼ਨ ਬਣੇ, ਆਰਟੀਐਸ ਕਮਿਸ਼ਨ ਬਣਾ ਦਿਓ ਜੀ, ਇਹ ਕਮਿਸ਼ਨ ਬਣਾ ਦਿਓ, ਉਹ ਕਮਿਸ਼ਨ ਬਣਾ ਦਿਓ। ਜਦੋਂ ਐਸਾ ਨਵਾਂ ਕੋਈ ਕਮਿਸ਼ਨ ਬਣਦਾ ਹੈ ਤਾਂ ਬਾਛਾਂ ਖਿਲ ਜਾਂਦੀਆਂ ਹੋਣਗੀਆਂ ਸਾਡੇ ਅਫਸਰਸ਼ਾਹਾਂ ਦੀਆਂ ਜਾਂ ਉਹਨਾਂ ਸਿਫਾਰਸ਼ੀ ਰਸੂਖਦਾਰ ਲੋਕਾਂ ਦੀਆਂ, ਜਿਨ੍ਹਾਂ ਨੂੰ ਲੱਗਦਾ ਵੀ ਲੈ ਬਈ ਹੁਣ ਤਾਂ ਆਪਣੀ ਨੂੰਹ, ਆਪਣੀ ਧੀ ਜਾਂ ਫਿਰ ਆਪਣੇ ਕਿਸੇ ਖਾਸ ਸਿਆਸੀ ਵਰਕਰ ਨੂੰ ਇਸ ਕਮਿਸ਼ਨ ਦੇ ਵਿੱਚ ਮੈਂਬਰ ਲਵਾ ਕੇ ਓਬਲਾਈਜ ਤਾਂ ਕਰ ਹੀ ਦਾਂਗੇ। ਸੋ ਕਿੱਥੇ ਜਾਏਗਾ ਸਾਡਾ ਅਰਥਚਾਰਾ, ਕਿੱਥੇ ਜਾਏਗੀ ਸਾਡੀ ਆਰਥਿਕਤਾ ਜੇ ਇਹੀ ਗਲਤ ਨੀਤੀਆਂ ਕੰਟੀਨਿਊ ਰਹਿੰਦੀਆਂ ਨੇ। ਸੋ ਚਿੱਟੇ ਹਾਥੀਆਂ ਨੂੰ ਰੋਕਣਾ ਪੈਣਾ ਹੈ, ਸਰਕਾਰਾਂ ਨੂੰ ਇਸ ਵੱਲ ਤਵੱਜੋ ਦੇਣੀ ਪੈਣੀ ਹੈ, ਕਿਉਂਕਿ ਆਪਸ ਦੇ ਵਿੱਚ ਬਹੁਤ ਘਿਓ ਖਿਚੜੀ ਹੋਏ ਨੇ। ਬਿਊਰੋਕਰੇਸੀ, ਅਫਸਰਸ਼ਾਹੀ, ਸਿਆਸਤਦਾਨ ਇੱਕ ਦੂਸਰੇ ਨੂੰ ਟੋਕ ਵੀ ਨਹੀਂ ਸਕਦੇ, ਇੰਨਾ ਆਪਸ ਦੇ ਵਿੱਚ ਕੰਮ ਖੁੱਲ੍ਹਿਆ ਹੋਇਆ ਹੈ। ਉਹ ਹਾਲਾਤਾਂ ਦੇ ਵਿੱਚ ਕੌਣ ਫਿਰ ਸਾਰ ਲਏਗਾ ਤੇ ਕੌਣ ਨੌਜਵਾਨਾਂ ਨੂੰ ਨੌਕਰੀ ਦੇਗਾ? ਚੰਗੀ ਗੱਲ ਹੈ, ਨੌਕਰੀ ਦਿਓ, ਲੇਕਿਨ ਇਹ ਚਿੱਟੇ ਹਾਥੀਆਂ ਵੱਲ ਵੀ ਧਿਆਨ ਦਿਓ। ਇਹਨਾਂ 'ਚ ਵੀ ਬਹੁਤ ਕੁਝ ਅਜਿਹਾ ਹੈਗਾ ਜਿਸ ਨੂੰ ਜੇ ਰੈਸ਼ਨਲ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਇਹਨਾਂ ਦਾ ਕੰਮ ਤਾਂ ਹੋ ਹੀ ਜਾਣਾ ਹੈ, ਲੇਕਿਨ ਸੈਂਕੜਾਂ ਹਜ਼ਾਰਾਂ ਹੋਰ ਨੌਜਵਾਨਾਂ ਨੂੰ ਨੌਕਰੀਆਂ ਵੀ ਸਰਕਾਰ ਬਿਨਾਂ ਅਰਥਚਾਰੇ ਤੇ, ਬਿਨਾਂ ਖਜ਼ਾਨੇ ਤੇ ਜ਼ਿਆਦਾ ਬੋਝ ਪਾਏ ਦੇ ਸਕਦੀ ਹੈ। ਫਿਰ ਉਹਦੇ ਲਈ 5 ਸਾਲ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਵੀ ਸਰਕਾਰ ਜਾਂ ਚੋਣ ਆਉਣ ਤੋਂ ਕੁਝ ਮਹੀਨੇ ਪਹਿਲਾਂ ਨੌਕਰੀਆਂ ਦੇ ਗੱਫੇ ਵੰਡੀਏ। ਉਹ ਨੌਕਰੀਆਂ ਸਰਕਾਰ ਨਵੀਂ ਆਉਂਦਿਆਂ ਵੀ ਦਿੱਤੀਆਂ ਜਾ ਸਕਦੀਆਂ ਨੇ। ਉਮੀਦ ਕਰਾਂਗੇ ਇਹਨਾਂ ਚਿੱਟੇ ਹਾਥੀਆਂ ਦੇ ਉੱਤੇ ਸਾਡਾ ਇਹ ਨਜ਼ਰੀਆ ਤੁਹਾਨੂੰ ਠੀਕ ਲੱਗਾ ਹੋਵੇਗਾ, ਤੇ ਜੇ ਮਾੜਾ ਵੀ ਲੱਗਿਆ ਤਾਂ ਜ਼ਰੂਰ ਆਪਣੀ ਫੀਡਬੈਕ ਸ਼ੇਅਰ ਕਰੋ ਤਾਂ ਕਿ ਪਤਾ ਲੱਗ ਸਕੇ ਵੀ ਜੇ ਅਸੀਂ ਗਲਤ ਸੋਚ ਰਹੇ ਹਾਂ ਤਾਂ ਕਿੱਥੇ ਗਲਤ ਸੋਚ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਰਿਤੇਸ਼ ਲੱਖੀ ਅਨਪਲੱਗਡ ਵਿੱਚ ਅੱਜ ਇੰਨਾ ਹੀ। ਥੈਂਕ ਯੂ।